ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਜੀ। ਸੋ ਦੋਸਤੋ, ਅੱਜ ਤਰੀਕ ਹੈ ਜੀ 11 ਫਰਵਰੀ। ਸੋ ਅੱਜ ਦੀ ਕਲਾਸ ਵਿੱਚ ਆਪਾਂ 2 ਦਿਨਾਂ ਦੀਆਂ ਕਰੰਟ ਅਫੇਅਰ ਨਿਊਜ਼ ਯਾਨੀ ਕਿ 10 ਅਤੇ 11 ਫਰਵਰੀ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਰਹੀਆਂ ਨੇ ਬਿਲਕੁਲ ਪੰਜਾਬੀ ਦੇ ਵਿੱਚ ਆਪਾਂ ਇਸ ਕਲਾਸ ਵਿੱਚ ਗੱਲਬਾਤ ਉਹਨਾਂ ਬਾਰੇ ਕਰਨ ਵਾਲੇ ਹਾਂ ਜੀ। ਸੋ ਸਾਰੀ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਔਰ ਜਿਹੜੀ ਕਿ ਤੁਹਾਡੇ ਆਉਣ ਵਾਲੇ ਹਰ ਇੱਕ ਗੌਰਮੈਂਟ ਐਗਜ਼ਾਮ ਲਈ ਇੰਪੋਰਟੈਂਟ ਰਹੇਗੀ ਕਲਾਸ, ਭਾਵੇਂ ਕਿ ਪੰਜਾਬ ਪਟਵਾਰੀ ਦਾ ਐਗਜ਼ਾਮ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਬਹੁਤ ਸਾਰੇ ਐਗਜ਼ਾਮ ਦੇਖੋ ਪੰਜਾਬ 'ਚ ਆਉਣੇ ਨੇਗੇ, ਸਾਰਿਆਂ ਲਈ ਇੰਪੋਰਟੈਂਟ ਰਹੇਗੀ ਕਿਉਂਕਿ ਜੀਕੇ ਦਾ ਦੇਖੋ ਹਰ ਇੱਕ ਪੇਪਰ ਵਿੱਚ ਆਉਣੀ ਹੈ ਔਰ ਜੀਕੇ ਦਾ ਹੀ ਇੱਕ ਇੰਪੋਰਟੈਂਟ ਪਾਰਟ ਆਪਣਾ ਕਰੰਟ ਅਫੇਅਰ। ਸੋ ਇਸ ਕਲਾਸ ਵਿੱਚ ਆਪਾਂ ਜਿੰਨੇ ਵੀ ਆਪਣੇ ਸਟੈਟਿਕ ਜੀਕੇ ਦੇ ਇਫੈਕਟ ਹੋ ਗਏ ਜਾਂ ਫਿਰ ਕਰੰਟ ਅਫੇਅਰ ਤਾਂ ਦੇਖੋ ਮੇਨ ਕਰਦੇ ਹੀ ਹਾਂ। ਸੋ ਉਸ ਪੱਖੋਂ ਅਗਰ ਆਪਾਂ ਗੱਲਬਾਤ ਕਰੀਏ ਤਾਂ ਕਲਾਸ ਇੰਪੋਰਟੈਂਟ ਹੁੰਦੀ ਆ। ਸਾਰੀ ਕਲਾਸ ਨੂੰ ਜ਼ਰੂਰ ਦੇਖਿਆ ਕਰੋ ਔਰ ਇਸ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ, ਠੀਕ ਹੈ ਨਾ। ਸੋ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਖੈਰ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂ ਕਰਦੇ ਹਾਂ ਆਪਾਂ ਕਲਾਸ ਆਪਣੀ। ਸਭ ਤੋਂ ਫਸਟ ਕੁਐਸਚਨ ਹੈ ਜੀ ਅੱਜ ਦਾ ਆਪਣਾ, ਕਹਿੰਦੇ ਜੀ ਹੂ ਇਜ਼ ਦੀ ਨੈਕਸਟ ਇਲੈਕਟਡ ਐਜ਼ ਦੀ ਨਿਊ ਡਾਇਰੈਕਟਰ ਜਨਰਲ ਆਫ WTO ਮਤਲਬ ਗੱਲ ਕੀਤੀ ਜਾ ਰਹੀ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਾਰੇ। ਕੌਣ ਵਿਸ਼ਵ ਵਪਾਰ ਸੰਗਠਨ ਦੇ ਨਵਾਂ ਡਾਇਰੈਕਟਰ ਜਨਰਲ ਚੁਣਿਆ ਗਿਆ? ਦੇਖੋ ਜੀ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ ਆਪਣੇ ਲਈ। ਕਿਉਂ ਇੰਪੋਰਟੈਂਟ ਰਹੇਗਾ ਦੇਖੋ ਹੁਣ ਹੀ ਪਤਾ ਲੱਗ ਜਾਏਗਾ। ਪਹਿਲੀ ਗੱਲ ਤਾਂ ਇਹਨਾਂ ਦਾ ਨਾਮ ਯਾਦ ਰੱਖਣਾ, ਨਗੋਜ਼ੀ ਓਕੋਂਜੋ ਇਵੀਲਾ ਇਹਨਾਂ ਦਾ ਨਾਮ ਆ। ਆਪਸ਼ਨ ਨੰਬਰ ਬੀ ਬਿਲਕੁਲ ਆਪਣਾ ਰਾਈਟ ਆਂਸਰ ਹੋ ਜਾਏਗਾ। ਦੇਖੋ ਜੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਨਾਈਜੀਰੀਆ ਕੰਟਰੀ ਤੋਂ ਬਿਲੋਂਗ ਕਰਦੇ ਨੇਗੇ ਔਰ ਨਾਮ ਇੰਪੋਰਟੈਂਟ ਕਿਹਾ ਮੈਂ ਤੁਹਾਨੂੰ ਕਿਉਂ ਇੰਪੋਰਟੈਂਟ ਰਹੇਗਾ ਕਿਉਂਕਿ ਅਗਰ ਆਪਾਂ ਗੱਲ ਕਰੀਏ ਤਾਂ ਪਹਿਲੀ ਵਾਰ ਕੋਈ ਮਹਿਲਾ WTO ਯਾਨੀ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹੈੱਡ ਬਣੀ ਆ, ਯਾਨੀ ਕਿ ਡਾਇਰੈਕਟਰ ਜਨਰਲ ਬਣੀ ਆ, ਤਾਂ ਕਰਕੇ ਨਾ ਨਾਮ ਇੰਪੋਰਟੈਂਟ ਰਹੇਗਾ। ਬਾਕੀ ਦੇਖੋ ਦੂਜੀ ਗੱਲ ਮੈਂ ਹੁਣੀ ਕਿਹਾ ਵੀ ਇਹ ਕਿੱਥੋਂ ਬਿਲੋਂਗ ਕਰਦੇ ਨੇ, ਨਾਈਜੀਰੀਆ ਕੰਟਰੀ ਤੋਂ। ਨਾਈਜੀਰੀਆ ਕੰਟਰੀ ਅਫਰੀਕਾ ਮਹਾਦੀਪ ਦੇ ਵਿੱਚ ਆ ਜਾਂਦੀ ਹੈਗੀ ਔਰ ਪਹਿਲੀ ਵਾਰ ਕੋਈ ਅਫਰੀਕਨ ਨਾਗਰਿਕ WTO ਦੀ ਡਾਇਰੈਕਟਰ ਜਨਰਲ ਬਣੀ ਹੈ, ਠੀਕ ਹੈ ਨਾ। ਦੋ ਪੱਖਾਂ ਤੋਂ ਦੇਖੀਏ ਤਾਂ ਦੋਨੇ ਪੱਖਾਂ ਨੂੰ ਇਹਨਾਂ ਦਾ ਨਾਮ ਆਪਣੇ ਲਈ ਇੰਪੋਰਟੈਂਟ ਆ। ਬਾਕੀ WTO ਤੱਕ ਆਪਣੇ ਆਪ ਵਿੱਚ ਇੰਪੋਰਟੈਂਟ ਆਰਗੇਨਾਈਜੇਸ਼ਨ ਹੈਗੀ ਹੀ ਆ, ਠੀਕ ਹੈ ਨਾ। ਅੱਛਾ WTO ਦਾ ਹੈੱਡ ਕੁਆਰਟਰ ਕਿੱਥੇ ਹੈ ਕਿਸੇ ਨੂੰ ਪਤਾ ਹੈਗਾ? ਯਾਦ ਰੱਖਣਾ ਜੀ ਜਨੇਵਾ ਦੇ ਵਿੱਚ ਆ, ਸਵਿਟਜ਼ਰਲੈਂਡ ਕੰਟਰੀ ਵਿੱਚ, ਠੀਕ ਹੈ ਨਾ। ਅਤੇ ਇਹਦੇ ਬਾਰੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋਗੇ। ਬਾਕੀ ਇਸ ਕੁਐਸਚਨ ਤੋਂ ਰਿਲੇਟਡ ਦੇਖੋ ਜੀ ਬਾਕੀ ਜਿਹੜੀਆਂ ਆਬਜ਼ਰਵੇਸ਼ਨ ਇਹਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਹਾਲ ਹੀ ਦੇ ਵਿੱਚ ਆਪਾਂ ਇਹਨਾਂ ਬਾਰੇ ਪੜ੍ਹਿਆ ਸੀ, ਜਿਵੇਂ ਕਿ ਐਂਡੀ ਜੈਸੀ ਬਾਰੇ ਗੱਲਬਾਤ ਕਰੀਏ ਤਾਂ ਐਮਾਜ਼ੋਨ ਕੰਪਨੀ ਦੇ ਨਵੇਂ CEO ਬਣੇ ਸੀ ਇਹਨਾਂ ਦਾ ਨਾਮ ਮੋਸਟ ਇੰਪੋਰਟੈਂਟ ਹੈ, ਠੀਕ ਹੈ, ਯਾਦ ਰੱਖਣਾ। ਬਾਕੀ ਡਗਲਸ M ਹੌਫ ਬਾਰੇ ਅਗਰ ਆਪਾਂ ਗੱਲ ਕਰੀਏ USA ਦੇ ਯਾਨੀ ਕਿ ਅਮਰੀਕਾ ਦੇ ਸੈਕਿੰਡ ਜੈਂਟਲਮੈਨ ਬਣੇ ਨੇਗੇ ਔਰ ਇਹ ਕਮਲਾ ਹੈਰਿਸ ਦੇਖੋ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਦੇ ਪਤੀ ਹੈਗੇ ਨੇਗੇ, ਠੀਕ ਹੈ ਨਾ। ਔਰ ਇਹ ਅਮਰੀਕਾ ਦੇ ਹੁਣ ਪਹਿਲੇ ਸੈਕਿੰਡ ਜੈਂਟਲਮੈਨ ਬਣੇ ਨੇਗੇ। ਔਰ ਲਿਓਡ ਆਸਟਿਨ ਆਪਸ਼ਨ ਨੰਬਰ D ਇਹਨਾਂ ਬਾਰੇ ਵੀ ਇੰਪੋਰਟੈਂਟ ਹੈ, ਅਮਰੀਕਾ ਦੇ ਰੱਖਿਆ ਮੰਤਰੀ ਬਣੇ ਸੀ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖ ਸਕਦੇ ਹੋ ਜੀ ਆਪਣੇ ਆਪ ਵਿੱਚ, ਇਹਨਾਂ ਦਾ ਨਾਂ ਵੀ ਇੰਪੋਰਟੈਂਟ ਆਪਣੇ ਲਈ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ ਹੁਣ। ਵਿਚ ਸਟੇਟ ਗੌਰਮੈਂਟ ਸਟਾਰਟਡ ਦੀ ਸਾਂਸ ਕੈਂਪੇਨ? ਦੇਖੋ ਜੀ ਕਹਿੰਦੇ ਕਿਹੜੇ ਰਾਜ ਸਰਕਾਰ ਨੇ ਹੁਣ ਸਾਂਸ ਮੁਹਿੰਮ ਨੂੰ ਸ਼ੁਰੂਆਤ ਕੀਤੀ ਇਸ ਮੁਹਿੰਮ ਦੀ? ਦੇਖੋ ਜੀ ਇਸ ਮੁਹਿੰਮ ਬਾਰੇ ਗੱਲਬਾਤ ਕਰੀਏ ਤਾਂ ਇਹ ਸ਼ੁਰੂਆਤ ਕੀਤੀ ਹੈ ਜੀ ਮੱਧ ਪ੍ਰਦੇਸ਼ ਸਟੇਟ ਨੇ। ਦੇਖੋ ਜੀ ਇਹ ਮੁਹਿੰਮ ਦਾ ਨਾਮ ਯਾਦ ਰੱਖਣਾ ਸਾਂਸ ਦਾ ਵੀ ਆਪਣੇ ਆਪ ਵਿੱਚ ਇੱਕ ਪੂਰਾ ਨਾਮ ਅਗਰ ਆਪਾਂ ਇਹਦੇ ਬਾਰੇ ਗੱਲ ਕਰੀਏ ਤਾਂ ਪੂਰਾ ਨਾਮ ਯਾਦ ਰੱਖਣਾ ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਊਟਰਲਾਈਜ਼, ਠੀਕ ਹੈ ਨਾ। ਤਾਂ ਇਹ ਸਾਂਸ ਦਾ ਪੂਰਾ ਨਾਮ ਗਾ, ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋਗੇ। ਦੇਖੋ ਇਹ ਮੁਹਿੰਮ ਹੈਗੀ ਕਾਹਦੇ ਵਾਸਤੇ ਆਪਾਂ ਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਗਾ। ਦੇਖੋ ਜੀ ਤੁਹਾਨੂੰ ਪਤਾ ਹੋਏਗਾ ਆਪਾਂ ਨੇ ਹਾਲ ਹੀ ਵਿੱਚ ਇੱਕ ਪ੍ਰਸ਼ਨ ਵੀ ਪੜ੍ਹਿਆ ਸੀਗਾ ਵੀ ਆਪਣੇ ਭਾਰਤ ਵਿੱਚ ਸਭ ਤੋਂ ਵੱਧ ਜਿਹੜੀ ਬੱਚਿਆਂ ਦੀ ਮੌਤ ਦਰ ਆ ਜਾਣੀ ਕਿ ਸ਼ਿਸ਼ੂ ਮੌਤ ਦਰ ਉਹ ਕਿਹੜੇ ਰਾਜ ਦੇ ਵਿੱਚ ਹੈ? ਤਾਂ ਉਹ ਹੈਗੀ ਮੱਧ ਪ੍ਰਦੇਸ਼ ਦੇ ਵਿੱਚ ਹੈ, ਠੀਕ ਹੈ ਨਾ। ਤਾਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੱਧ ਪ੍ਰਦੇਸ਼ ਦੀ ਸਰਕਾਰ ਨੇ ਉੱਥੋਂ ਦੇ ਜਿਹੜੇ ਛੋਟੇ ਬੱਚੇ ਨੇ ਠੀਕ ਹੈ ਉਹਨਾਂ ਦੇ ਵਿੱਚ ਨਮੂਨੀਏ ਦੇ ਕਾਰਨ, ਠੀਕ ਹੈ, ਨਮੂਨੀਏ ਕਾਰਨ ਜ਼ਿਆਦਾਤਰ ਬੱਚੇ ਉੱਥੋਂ ਦੀ ਮਾਰੇ ਸੀਗੇ। ਤਾਂ ਉਸ ਚੀਜ਼ ਨੂੰ ਘੱਟ ਕਰਨ ਵਾਸਤੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਗਾ ਮੱਧ ਪ੍ਰਦੇਸ਼ ਦੇ ਵਿੱਚ ਔਰ ਇਹ ਟੀਮ ਪੂਰਾ ਹੁਣ ਜਾਇਜ਼ਾ ਲਏਗੀ ਵੀ ਕਿਉਂ ਨਮੂਨੀਆ ਫੈਲ ਰਿਹਾ ਗਾ, ਠੀਕ ਹੈ ਨਾ, ਔਰ ਉਹਦੇ ਕੀ ਕਾਰਨ ਨੇ, ਕਿਵੇਂ ਉਹਨੂੰ ਰੋਕਿਆ ਜਾ ਸਕਦਾ ਹੈ। ਤਾਂ ਇਸ ਸਾਰੀ ਮੁਹਿੰਮ ਨੂੰ ਜਿਹੜਾ ਨਾਮ ਦਿੱਤਾ ਗਿਆ ਨਾ, ਤਾਂ ਇਸ ਮੁਹਿੰਮ ਦਾ ਨਾਮ ਹੈ ਸਾਂਸ। ਔਰ ਸਿੱਧਾ ਯਾਦ ਰੱਖਣਾ ਜੀ ਕਿੱਥੋਂ ਦੀ ਮੁਹਿੰਮ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦੇ ਬਾਰੇ ਯਾਦ ਰੱਖਣਾ ਮੱਧ ਪ੍ਰਦੇਸ਼ ਆਪਣੇ ਦੀ ਕੀ ਆ ਇਹ ਜਿਹੜੀ ਮੁਹਿੰਮ ਹੈਗੀ, ਠੀਕ ਹੈ ਨਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਜੀ ਕੁਐਸਚਨ ਇਹ ਸਾਰਾ। ਬਾਕੀ ਦੇਖੋ ਗੱਲ ਤਾਂ ਮੱਧ ਪ੍ਰਦੇਸ਼ ਬਾਰੇ ਵੀ ਇੰਪੋਰਟੈਂਟ ਆਪਣੇ ਲਈ। ਮੱਧ ਪ੍ਰਦੇਸ਼ ਦੀ ਕੈਪੀਟਲ ਯਾਦ ਰੱਖਣਾ ਜੀ ਭੋਪਾਲ ਇੱਥੋਂ ਦੀ ਕੈਪੀਟਲ ਹੈ। CM ਹੈਗੇ ਨੇ ਸ਼ਿਵਰਾਜ ਚੌਹਾਨ ਸਾਹਿਬ। ਗਵਰਨਰ ਦੀ ਗੱਲ ਕਰੀਏ ਤਾਂ ਆਨੰਦੀਬੇਨ ਪਟੇਲ, ਯੂਪੀ ਦੀ ਵੀ ਐਡੀਸ਼ਨਲ ਤੌਰ 'ਤੇ ਗਵਰਨਰ ਹੈਗੀ ਹੈ ਇਹ ਆਨੰਦੀਬੇਨ ਪਟੇਲ, ਇਹਦੇ ਬਾਰੇ ਯਾਦ ਰੱਖ ਸਕਦੇ ਹੋ ਤੁਸੀਂ। ਬਾਕੀ ਦੇਖੋ ਮੱਧ ਪ੍ਰਦੇਸ਼ ਬਾਰੇ ਤੁਹਾਨੂੰ ਗੱਲਬਾਤ ਕਰੀਏ ਤਾਂ ਕਈ ਸਾਰੀਆਂ ਯੋਜਨਾਵਾਂ ਇਹਦੀਆਂ ਹਾਲ ਹੀ ਵਿੱਚ ਨਿਊਜ਼ ਵਿੱਚ ਚੱਲ ਰਹੀਆਂ ਸੀ, ਇੱਕ ਵਾਰੀ ਆਪਾਂ ਉਹਨਾਂ ਬਾਰੇ ਵੀ ਦੇਖਾਂਗੇ। ਔਰ ਉਸ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਜਿਹੜਾ ਫੈਕਟ ਹੈਗਾ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਓਰਛਾ ਸ਼ਹਿਰ ਬਾਰੇ ਯਾਦ ਰੱਖਣਾ, ਦੋਨਾਂ ਨੂੰ ਹੀ ਯੂਨੈਸਕੋ ਦੀ ਵਿਸ਼ਵ ਵਿਰਾਸਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋਗੇ।
ਬਾਕੀ ਮੱਧ ਪ੍ਰਦੇਸ਼ ਸਰਕਾਰ ਨੇ ਹੀ ਦੇਖੋ ਏਡਸ ਨੂੰ ਖਤਮ ਕਰਨ ਵਾਸਤੇ ਸਾਲ 2030 ਤੱਕ ਆਪਣਾ ਕੀ ਏਮ ਰੱਖਿਆ ਵੀ ਸਾਲ 2030 ਤੱਕ ਏਡਸ ਨੂੰ ਪੂਰੇ ਤਰੀਕੇ ਨਾਲ ਮੱਧ ਪ੍ਰਦੇਸ਼ ਵਿੱਚੋਂ ਖਤਮ ਕਰ ਦਿੱਤਾ ਜਾਏਗਾ। ਬਾਕੀ ਇਸ ਤੋਂ ਇਲਾਵਾ ਦੇਖੋ ਮੈਂ ਗੱਲ ਕਰ ਰਿਹਾ ਸੀ ਯੋਜਨਾਵਾਂ ਬਾਰੇ ਜਿਹੜੀਆਂ ਮੱਧ ਪ੍ਰਦੇਸ਼ ਦੀਆਂ ਨੇਗੀਆਂ। ਧਿਆਨ ਵਿੱਚ ਰੱਖਣਾ ਜੀ, ਜਿਵੇਂ ਕਿ ਇੱਕ ਪੰਖ ਯੋਜਨਾ ਆਪਾਂ ਨੇ ਪੜ੍ਹੀ ਸੀ ਹਾਲ ਹੀ ਵਿੱਚ, ਇੱਕ ਹਮਾਰਾ ਘਰ ਹਮਾਰਾ ਵਿਦਿਆਲਿਆ ਨਾਂ ਦੀ ਯੋਜਨਾ ਸੀਗੀ। ਬਾਕੀ ਇੱਕ ਆਸ-ਪਾਸ ਨਾਂ ਦੀ ਯੋਜਨਾ ਸ਼ੁਰੂ ਕੀਤੀ ਸੀ ਮੱਧ ਪ੍ਰਦੇਸ਼ ਦੀ ਨਾ, ਇੱਕ ਬੇਤੂਲ ਜ਼ਿਲ੍ਹਾ ਪੁਲਿਸ ਹੈਗੀ, ਬੇਤੂਲ ਜ਼ਿਲ੍ਹੇ ਦੀ ਪੁਲਿਸ ਨੇ ਆਸ-ਪਾਸ ਨਾਂ ਦੀ ਯੋਜਨਾ ਨੂੰ ਸ਼ੁਰੂ ਕੀਤਾ ਸੀ। ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਦਾ ਇੱਕ ਛਤਰਪੁਰ ਜ਼ਿਲ੍ਹਾ ਗਾ, ਛਤਰਪੁਰ ਜ਼ਿਲ੍ਹਾ ਪੁਲਿਸ ਨੇ ਵੀ ਇੱਕ ਅਭਿਆਨ ਸ਼ੁਰੂ ਕੀਤਾ ਸੀ, ਏਕ ਸੰਕਲਪ ਬਜ਼ੁਰਗੋਂ ਕੇ ਨਾਮ, ਠੀਕ ਹੈ, ਇਹਦੇ ਬਾਰੇ ਯਾਦ ਰੱਖ ਸਕਦੇ ਹੋ। ਬਾਕੀ ਕਿਸਾਨਾਂ ਵਾਸਤੇ ਵੀ ਕਿਸਾਨ ਕਲਿਆਣ ਯੋਜਨਾ ਵੀ ਸ਼ੁਰੂ ਕੀਤੀ ਮੱਧ ਪ੍ਰਦੇਸ਼ ਸਰਕਾਰ ਨੇ ਜੀ। ਔਰ ਇੱਕ ਪੋਸ਼ਿਤ ਪਰਿਵਾਰ ਸੁਪੋਸ਼ਿਤ ਪ੍ਰਦੇਸ਼ ਨਾਂ ਦਾ ਅਭਿਆਨ ਸ਼ੁਰੂ ਕੀਤਾ ਸੀ ਮੱਧ ਪ੍ਰਦੇਸ਼ ਸਰਕਾਰ ਨੇ। ਤਾਂ ਇਹ ਕੁਝ ਅਭਿਆਨ, ਕੁਝ ਯੋਜਨਾਵਾਂ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਪੈਣਗੀਆਂ ਹਾਲ ਹੀ ਦੇ ਵਿੱਚ ਜਿਹੜੀਆਂ ਮੱਧ ਪ੍ਰਦੇਸ਼ ਨਾਲ ਰਿਲੇਟਡ ਹੈਗੀਆਂ ਨੇ, ਠੀਕ ਹੈ ਨਾ। ਸੋ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ ਔਰ ਯੋਜਨਾਵਾਂ ਵਿੱਚੋਂ ਅਕਸਰ ਕੁਐਸਚਨ ਬਣ ਜਾਂਦੇ ਹੁੰਦੇ ਨੇਗੇ, ਤਾਂ ਤੁਹਾਨੂੰ ਸਾਰੀਆਂ ਰਿਵਾਈਜ਼ ਕਰਵਾਉਣਾ ਹੁੰਦਾ ਇੱਕ ਵਾਰੀ, ਠੀਕ ਹੈ ਨਾ। ਸੋ ਬਾਕੀ ਹੋਰ ਤਾਂ ਸਾਰਾ ਕੁਛ ਆਪਾਂ ਨੇ ਪੜ੍ਹ ਲਿਆ। ਬਾਕੀ ਇੱਕ ਸੱਚ ਚੀਫ ਜਸਟਿਸ ਯਾਦ ਰੱਖ ਸਕਦੇ ਹੋ ਮੱਧ ਪ੍ਰਦੇਸ਼ ਦੇ, ਮੁਹੰਮਦ ਰਫੀਕ ਸਾਹਿਬ ਬਣੇ ਸੀ, ਠੀਕ ਹੈ ਨਾ, ਇਹਦੇ ਬਾਰੇ ਧਿਆਨ ਵਿੱਚ ਰੱਖਣਾ। ਸੋ ਸਾਰੇ ਫੈਕਟ ਆਪਾਂ ਡਿਸਕਸ਼ਨ ਕਰ ਲਏ ਨੇ ਜੀ। ਸੋ ਗੱਲਬਾਤ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬੀਨ ਐਜ਼ ਦੀ ਗਲੋਬਲ ਪਾਰਟਨਰ। ਦੇਖੋ ਜੀ ਕਹਿੰਦੇ ਕਿਸ ਨੂੰ ICC ਨੇ ਆਪਣਾ ਗਲੋਬਲ ਭਾਈਵਾਲ ਯਾਨੀ ਕਿ ਪਾਰਟਨਰ ਐਲਾਨਿਆ ਗਾ। ਦੇਖੋ ਜੀ ICC ਮਤਲਬ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੇ ਦੁਆਰਾ ਹੁਣ ਜਿਹੜਾ ਬਾਈਜੂ ਕੰਪਨੀ ਹੈ, ਬਾਈਜੂ ਤਾਂ ਤੁਹਾਨੂੰ ਨਾਮ ਸੁਣਿਆ ਹੋਣਾ, ਠੀਕ ਹੈ ਨਾ, ਇੱਕ ਆਨਲਾਈਨ ਲਰਨਿੰਗ ਐਪਲੀਕੇਸ਼ਨ ਵੀ ਹੈ ਇਹ। ਸੋ ਬਾਈਜੂ ਨੂੰ ਹੁਣ ਆਪਣਾ ਕੀ ਹੈਗਾ ਗਲੋਬਲ ਪਾਰਟਨਰ ਐਲਾਨਿਆ ਗਾ। ਕਦੋਂ ਤੋਂ ਕਦੋਂ ਤੱਕ ਇਹਨਾਂ ਦੀ ਜਿਹੜੀ ਪਾਰਟਨਰਸ਼ਿਪ ਰਹਿਣ ਵਾਲੀ ਹੈ, ਸਾਲ 2021 ਤੋਂ ਲੈ ਕੇ ਸਾਲ 2023 ਤੱਕ ਕਿ ਆ ਬਾਈਜੂ ਕੀ ਹੁਣ ਇਹਨਾਂ ਦਾ ਗਲੋਬਲ ਪਾਰਟਨਰ ਬਣ ਚੁੱਕਿਆ ICC ਦਾ। ਕਹਿਣ ਦਾ ਭਾਵ ਹੁਣ ਸਾਲ 2021 ਜਾਣੀ ਕਿ ਹੁਣ ਤੋਂ ਲੈ ਕੇ ਸਾਲ 2023 ਤੱਕ ICC ਦੇ ਜਿੰਨੇ ਵੀ ਮੈਚ ਹੋਣਗੇ ਕਿਸੇ ਵੀ ਕੰਟਰੀ ਵਿੱਚ ਹੋਵੇ, ਕੋਈ ਵੀ ਇਵੈਂਟ ਹੋਵੇ, ਠੀਕ ਹੈ, ਸਾਰੇ ਇਵੈਂਟਸ ਵਿੱਚ ਜਿਹੜਾ ਬਾਈਜੂ ਕੰਪਨੀ ਆ ਇਹਦਾ ਕੀ ਹੁਣ ਲੋਗੋ ਦਿਖਾਈ ਦੇਵੇਗਾ ਤੁਹਾਨੂੰ, ਠੀਕ ਹੈ ਨਾ। ਤਾਂ ਕਹਿਣ ਦਾ ਭਾਵ ਇਹੀ ਹੈ ਸਿੱਧਾ ਜਿਹਾ। ਤਾਂ ਜਾਣੀ ਕਿ ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ, ਬਾਈਜੂ ਨੂੰ ਕੀ ਹੁਣ ਆਪਣਾ ਗਲੋਬਲ ਪਾਰਟਨਰ ਐਲਾਨ ਦਿੱਤਾ ਗਾ ICC ਦੇ ਦੁਆਰਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ। ਬਾਕੀ ਬਾਈਜੂ ਕੰਪਨੀ ਬਾਰੇ ਯਾਦ ਰੱਖ ਸਕਦੇ ਹੋ ਕਿ ਇਹਦੇ ਸੰਸਥਾਪਕ ਤੇ CEO ਕੌਣ ਨੇ, ਤਾਂ ਉਹਨਾਂ ਦਾ ਨਾਂ ਗਾ ਬਾਈਜੂ ਰਵਿੰਦਰਨ, ਠੀਕ ਹੈ, ਬਾਈਜੂ ਰਵਿੰਦਰਨ ਸਾਹਿਬ ਇਹਦੇ ਸੰਸਥਾਪਕ ਅਤੇ CEO ਹੈਗੇ ਨੇਗੇ। ਬਾਕੀ ICC ਬਾਰੇ ਵੀ ਗੱਲਬਾਤ ਆਈ ਹੈਗੀ, ਠੀਕ ਹੈ, ICC ਬਾਰੇ ਵੀ ਯਾਦ ਰੱਖ ਸਕਦੇ ਹੋ। ਪਹਿਲੀ ਗੱਲ ਤਾਂ ICC ਦਾ ਪੂਰਾ ਨਾਮ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਹੈ ਜੀ। ਸਥਾਪਨਾ ਇਹਦੀ ਸੰਨ 1909 ਦੇ ਵਿੱਚ ਹੋਈ ਸੀ ਔਰ ਇਹਦਾ ਮੁੱਖ ਦਫ਼ਤਰ ਹੈੱਡਕੁਆਟਰ ਕਿੱਥੇ ਹੈ ਜੀ, ਦੁਬਈ ਸ਼ਹਿਰ ਦੇ ਵਿੱਚ ਆ। ਦੁਬਈ ਕਿੱਥੋਂ ਦਾ ਸ਼ਹਿਰ ਹੈ, UAE ਦਾ ਸ਼ਹਿਰ ਹੈ, ਠੀਕ ਹੈ, ਯਾਦ ਰੱਖ ਸਕਦੇ ਹੋ। ਬਾਕੀ ਇਹਦੇ CEO ਹੈਗੇ ਨੇ ਮਨੂ ਸਾਨੀ ਸਾਹਿਬ ਔਰ ਇਹਦੇ ਦੇਖੋ ਜੀ ਹੈੱਡ ਦਾ ਨਾਮ ਪੂਰਾ ਰਹਿਣ ਵਾਲਾ ਹਾਲ ਹੀ ਇਹਦੇ ਵਿੱਚ ਬੜੇ ਨੇਗੇ ਗ੍ਰੈਗ ਬਾਰਕਲੇ ਉਹਨਾਂ ਦਾ ਨਾਮ ਹੈ ਔਰ ਨਿਊਜ਼ੀਲੈਂਡ ਕੰਟਰੀ ਤੋਂ ਬਿਲੋਂਗ ਕਰਦੇ ਨੇ ਵਿਅਕਤੀ, ਠੀਕ ਹੈ ਨਾ। ਗ੍ਰੈਗ ਬਾਰਕਲੇ ਦਾ ਨਾਮ ਧਿਆਨ ਵਿੱਚ ਰੱਖਣਾ। ਇਹ ਸਾਰੇ ਫੈਕਟ ICC ਨਾਲ ਰਿਲੇਟਡ ਯਾਦ ਰੱਖ ਲੈਣੇ ਜੀ, ਬਹੁਤ ਨੇਗੇ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਇੰਡੀਆਜ਼ ਰੈਂਕ ਐਟ ਇਨੋਵੇਸ਼ਨ ਇੰਡੈਕਸ ਰਿਲੀਜ਼ਡ ਬਾਏ ਬਲੂਮਬਰਗ। ਦੇਖੋ ਜੀ ਕਹਿੰਦੇ ਬਲੂਮਬਰਗ ਦੇ ਦੁਆਰਾ ਜਾਰੀ ਕੀਤੇ ਗਏ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦਾ ਕਿੰਨਵਾਂ ਨੰਬਰ ਹੈਗਾ। ਦੇਖੋ ਜੀ ਅਗਰ ਆਪਾਂ ਗੱਲ ਕਰੀਏ ਇਸ ਇੰਡੈਕਸ ਬਾਰੇ ਤਾਂ ਆਪਣਾ ਭਾਰਤ ਇਸ ਵਿੱਚ ਪੂਰੇ 50 ਨੰਬਰ 'ਤੇ ਰਿਹਾਗਾ। ਟੋਟਲ ਦੇਖੋ ਦੁਨੀਆ ਦੇ 60 ਦੇਸ਼ਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਔਰ ਇਹਨਾਂ 60 ਦੇਸ਼ਾਂ ਦੀ ਲਿਸਟ ਦੇ ਵਿੱਚੋਂ ਇਨੋਵੇਸ਼ਨ ਇੰਡੈਕਸ ਵਿੱਚੋਂ ਜਿਹੜਾ ਕਿ ਬਲੂਮਬਰਗ ਦੇ ਦੁਆਰਾ ਜਾਰੀ ਹੋਇਆ ਭਾਰਤ ਆਪਣਾ 50 ਨੰਬਰ 'ਤੇ ਰਿਹਾਗਾ, ਜਦ ਕਿ ਪਿਛਲੇ ਸਾਲ ਆਪਣਾ ਭਾਰਤ ਰਿਹਾ ਸੀ ਸ਼ਾਇਦ 48ਵੇਂ ਨੰਬਰ 'ਤੇ ਔਰ ਉਸ ਪਿਛਲੇ ਸਾਲ ਗੱਲ ਕਰੀਏ ਤਾਂ ਟੌਪ 'ਤੇ ਸੀ ਸਵਿਟਜ਼ਰਲੈਂਡ ਕੰਟਰੀ। ਪਰ ਇਸ ਸਾਲ ਟੌਪ 'ਤੇ ਕਿਹੜਾ ਦੇਸ਼ ਰਿਹਾਗਾ, ਤਾਂ ਟੌਪ 'ਤੇ ਇਸ ਸਾਲ ਰਿਹਾਗਾ ਜੀ ਆਪਣਾ ਸਾਊਥ ਕੋਰੀਆ। ਸੈਕਿੰਡ ਨੰਬਰ 'ਤੇ ਹੈ ਸਿੰਗਾਪੁਰ, ਥਰਡ ਨੰਬਰ 'ਤੇ ਕਿਤੇ ਹੈਗਾ ਗਾ ਸਵਿਟਜ਼ਰਲੈਂਡ ਕੰਟਰੀ। ਔਰ ਗੱਲ ਕਰੀਏ ਆਪਣੇ ਭਾਰਤ ਦੀ ਤਾਂ ਰਿਹਾ 50 ਨੰਬਰ 'ਤੇ। ਪਿਛਲੇ ਸਾਲ ਵਾਲਾ ਇੰਪੋਰਟੈਂਟ ਨਹੀਂ ਹੈਗਾ, ਇੰਪੋਰਟੈਂਟ ਹੈ ਇਸ ਸਾਲ ਵਾਲਾ। ਇਸ ਸਾਲ ਬਾਰੇ ਯਾਦ ਰੱਖਣਾ, ਟੌਪ 'ਤੇ ਹੈ ਸਾਊਥ ਕੋਰੀਆ, ਆਪਣਾ ਭਾਰਤ ਦਾ ਰੈਂਕ ਹੈਗਾ ਪੂਰਾ 50 ਨੰਬਰ 'ਤੇ, ਠੀਕ ਹੈ ਨਾ। ਅਤੇ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋਗੇ। ਬਾਕੀ ਦੇਖੋ ਇੰਡੈਕਸ ਬਾਰੇ ਗੱਲਬਾਤ ਆਈ ਹੈ ਤਾਂ ਕਈ ਇੰਡੈਕਸ ਜਾਰੀ ਹੋਏ ਸੀ ਹਾਲ ਹੀ ਵਿੱਚ, ਜਿਵੇਂ ਕਿ ਇੱਕ ਕਰੋਨਾ ਵਾਇਰਸ ਪਰਫਾਰਮੈਂਸ ਇੰਡੈਕਸ ਆਇਆ ਸੀ, ਅਗਰ ਤੁਹਾਡੇ ਯਾਦ ਹੋਵੇ। ਨਿਊਜ਼ੀਲੈਂਡ ਕੰਟਰੀ ਟੌਪ 'ਤੇ ਸੀ, ਆਪਣਾ ਭਾਰਤ 86th ਰੈਂਕ 'ਤੇ ਹੈਗਾ ਸੀਗਾ। ਔਰ ਇਸੇ ਤਰੀਕੇ ਨਾਲ ਇੱਕ ਕਰਪਸ਼ਨ 'ਤੇ ਵੀ ਇੰਡੈਕਸ ਆਇਆ ਸੀ, ਕਰਪਸ਼ਨ ਪਰਸੈਪਸ਼ਨ ਇੰਡੈਕਸ। ਉਸ ਦੇ ਵਿੱਚ ਵੀ ਨਿਊਜ਼ੀਲੈਂਡ ਕੰਟਰੀ ਪਲੱਸ ਡੈਨਮਾਰਕ ਕੰਟਰੀ ਦੋਨੇ ਦੇਸ਼ ਟੌਪ 'ਤੇ ਸੀ। ਆਪਣੇ ਭਾਰਤ ਦੀ ਗੱਲ ਕਰੀਏ ਉਸ ਦੇ ਵਿੱਚ ਵੀ 86ਵੇਂ ਨੰਬਰ 'ਤੇ ਸੀ ਭਾਰਤ ਆਪਣਾ। ਬਾਕੀ ਹੋਰ ਵੀ ਗੱਲਬਾਤ ਅਗਰ ਆਪਾਂ ਗੱਲ ਕਰੀਏ, ਇੱਕ ਏਸ਼ੀਆ ਪੈਸੀਫਿਕ ਪਰਸਨਲ ਹੈਲਥ ਇੰਡੈਕਸ ਆਇਆ ਸੀ ਆਪਣਾ ਜੀ ਔਰ ਉਸ ਲਿਸਟ ਦੇ ਵਿੱਚ ਸਿੰਗਾਪੁਰ ਟੌਪ 'ਤੇ ਸੀ ਔਰ ਆਪਣਾ ਭਾਰਤ ਸੀ 10ਵੇਂ ਨੰਬਰ 'ਤੇ। ਟੋਟਲ 11 ਦੇਸ਼ਾਂ ਦੀ ਸੂਚੀ ਸੀ ਉਹ, ਆਪਣਾ ਭਾਰਤ ਉਹਦੇ ਵਿੱਚ 10ਵੇਂ ਨੰਬਰ 'ਤੇ ਸੀਗਾ। ਬਾਕੀ ਹੋਰ ਵੀ ਗੱਲ ਕਰੀਏ ਤਾਂ ਇੱਕ ਜਰਮਨ ਬਾਚ ਗਲੋਬਲ ਕਲਾਈਮੇਟ ਰਿਸਕ ਇੰਡੈਕਸ ਆਇਆ ਸੀ
याद होएगा ਤੁਹਾਡੇ मोजाम्बिक कंट्री ਉਹਦੇ ਵਿੱਚ टॉप ਤੇ ਸੀ, ਆਪਣਾ ਭਾਰਤ 7ਵੇਂ ਨੰਬਰ ਤੇ ਸੀ ਉਸ ਇੰਡੈਕਸ ਵਿੱਚੋਂ। ਔਰ ਇੰਟਰਨੈਟ ਤੇ ਵੀ ਇੱਕ ਇੰਡੈਕਸ ਸੀ ਇੱਕ ਗਲੋਬਲ ਇੰਟਰਨੈਟ ਸਪੀਡ ਇੰਡੈਕਸ, ਕਤਰ ਦੇਸ਼ ਜਿਹੜਾ ਟੌਪ ਤੇ ਸੀ, ਭਾਰਤ ਆਪਣਾ ਰਿਹਾ ਸੀ ਉਸ ਤੇ 129ਵੇਂ ਨੰਬਰ ਤੇ। ਔਰ ਇਸ ਦੇਖੋ ਗਲੋਬਲ ਇੰਟਰਨੈਟ ਇੰਡੈਕਸ ਦੇ ਨਾਲ ਇੱਕ ਇੰਡੈਕਸ ਹੋਰ ਆਇਆ ਸੀਗਾ ਬਰੋਡਬੈਂਡ ਸਪੀਡ ਇੰਡੈਕਸ। ਬਰੋਡਬੈਂਡ ਸਪੀਡ ਇੰਡੈਕਸ ਵਿੱਚ ਥਾਈਲੈਂਡ ਕੰਟਰੀ ਟੌਪ ਤੇ ਸੀ, ਔਰ ਆਪਣਾ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਸੀਗਾ ਪੂਰੇ 65 ਰੈਂਕ ਤੇ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋਗੇ। ਬਾਕੀ ਇੱਕ ਆਪਣਾ ਆਇਆ ਸੀ ਜੀ ਗਲੋਬਲ ਫਾਇਰ ਪਾਵਰ ਇੰਡੈਕਸ, ਉਹਦੇ ਵਿੱਚ ਅਮਰੀਕਾ ਟੌਪ ਤੇ ਸੀ, ਭਾਰਤ ਚੌਥੇ ਨੰਬਰ ਤੇ ਹੈਗਾ ਸੀਗਾ। ਔਰ ਇਸੇ ਤਰੀਕੇ ਨਾਲ ਇੱਕ ਏਸ਼ੀਆ ਪਾਵਰ ਇੰਡੈਕਸ ਸੀ, ਉਸ ਦੇ ਵਿੱਚ ਵੀ ਅਮਰੀਕਾ ਫਸਟ ਤੇ ਸੀ, ਔਰ ਉਸ ਦੇ ਵਿੱਚ ਵੀ ਭਾਰਤ ਚੌਥੇ ਨੰਬਰ ਤੇ ਹੈਗਾ ਸੀਗਾ। ਤੇ ਕੁਝ ਹਾਲ ਹੀ ਦੇ ਵਿੱਚ ਜਾਰੀ ਹੋਏ ਇੰਡੈਕਸ ਸੀ, ਤਾਂ ਇਹਨਾਂ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ ਜੀ, ਠੀਕ ਹੈ ਨਾ। ਬਾਕੀ ਤੁਹਾਨੂੰ ਮੈਂ ਇੱਕ ਵੀਡੀਓ ਦਾ ਵਾਅਦਾ ਕੀਤਾ ਸੀ ਨਾ ਇੰਡੈਕਸ ਬਾਰੇ, ਥੋੜਾ ਟਾਈਮ ਨਹੀਂ ਲੱਗ ਰਿਹਾ ਪਰ ਹੁਣ ਮੈਂ ਬਣਾਉਂਗਾ ਜ਼ਰੂਰ, ਠੀਕ ਹੈ ਨਾ। ਤਾਂ ਉਹ ਵੀਡੀਓ ਜਲਦੀ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ, ਠੀਕ ਹੈ ਨਾ। ਉਹਦੇ ਬਾਰੇ ਟੈਨਸ਼ਨ ਨਹੀਂ ਲੈਣੀ ਤੁਹਾਨੂੰ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ ਜੀ ਆਪਾਂ। ਹੂ ਹੈਜ਼ ਵੌਨ ਦੀ ICC ਪਲੇਅਰ ਆਫ ਦੀ ਮੰਥ ਅਵਾਰਡ ਫॉर ਜਨਵਰੀ 2021। ਦੇਖੋ ਜੀ ਕਹਿੰਦੇ ਜਨਵਰੀ 2021 ਲਈ ਕਿਸ ਨੂੰ ICC ਪਲੇਅਰ ਆਫ ਦੀ ਮੰਥ ਦਾ ਪੁਰਸਕਾਰ ਮਿਲਿਆ। ਦੇਖੋ ਜੀ ਇਹ ਪ੍ਰਸ਼ਨ ਨੂੰ ਤੁਸੀਂ ਇੰਪੋਰਟੈਂਟ ਮਾਰਕ ਕਰ ਸਕਦੇ ਹੋ, ਇਹ ਕੁਐਸਚਨ ਦੇ ਪੂਰੇ ਚਾਂਸ ਨਹੀਂ ਪੁੱਛਿਆ ਜਾ ਸਕਦਾ। ਕਿਉਂ ਪੁੱਛਿਆ ਜਾ ਸਕਦਾ ਗਾ? ਕਿਉਂਕਿ ਆਪਾਂ ਨੇ ਦੇਖੋ ਹਾਲ ਹੀ ਵਿੱਚ ਪੜ੍ਹਿਆ ਸੀਗਾ, ਅਗਰ ਤੁਹਾਡੇ ਯਾਦ ਹੋਵੇ ICC ਨੇ ਇੱਕ ਨਵੇਂ ਅਵਾਰਡ ਦੀ ਘੋਸ਼ਣਾ ਕੀਤੀ ਸੀ, ਔਰ ਉਸ ਅਵਾਰਡ ਦਾ ਨਾਮ ਹੀ ਹੈਗਾ ਸੀਗਾ ਆਪਣਾ ਦੀ ਪਲੇਅਰ ਆਫ ਦੀ ਮੰਥ ਅਵਾਰਡ, ਠੀਕ ਹੈ ਨਾ। ਦਾ ਪਲੇਅਰ ਆਫ ਦੀ ਮੰਥ ਜਿਹੜਾ ਅਵਾਰਡ ਆ, ਤੇ ਹੁਣ ਇਹ ਪਹਿਲੀ ਵਾਰ ਦਿੱਤਾ ਗਿਆ ਗਾ, ਤਾਂ ਕਰਕੇ ਇਹ ਅਵਾਰਡ ਇੰਪੋਰਟੈਂਟ ਆਪਣੇ ਲਈ। ਦੇਖੋ ਪਹਿਲੀ ਵਾਰ ਕਿਸ ਨੂੰ ਦਿੱਤਾ ਗਿਆ, ਦੋਨੇ ਕੈਟਾਗਰੀ 'ਚ ਮਿਲਿਆ ਗਾ ਇਹ, ਮੇਲ ਪਲੇਅਰ ਨੂੰ ਔਰ ਫੀਮੇਲ ਪਲੇਅਰ ਨੂੰ, ਦੋਨਾਂ ਨੂੰ ਦਿੱਤਾ ਗਿਆ। ਮੇਲ ਪਲੇਅਰ ਬਾਰੇ ਗੱਲਬਾਤ ਅਗਰ ਆਪਾਂ ਕਰੀਏ ਤਾਂ ਇਹ ਮਿਲਿਆ ਜੀ ਰਿਸ਼ਵ ਪੰਤ ਨੂੰ। ਰਿਸ਼ਵ ਪੰਤ ਕੌਣ? ਹੁਣ ਆਪਣੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਹੈਗਾ ਬੱਲੇਬਾਜ਼ ਔਰ ਵਿਕਟ ਕੀਪਰ ਹੈ। ਜਨਵਰੀ ਮਹੀਨੇ ਦੇ ਵਿੱਚ ਆਸਟ੍ਰੇਲੀਆ ਖਿਲਾਫ ਵਧੀਆ ਪ੍ਰਦਰਸ਼ਨ ਕਰਨ ਦੇ ਕਰਕੇ ਕਿ ਇਹਨਾਂ ਨੂੰ ਰਿਸ਼ਵ ਪੰਤ ਨੂੰ ਕੀ ਆ ਹੁਣ ਪਲੇਅਰ ਆਫ ਦੀ ਮੰਥ ਜਿਹੜਾ ਅਵਾਰਡ ਦਿੱਤਾ ਗਿਆ, ਜਿਹੜਾ ਕਿ ਪਹਿਲਾ ਅਵਾਰਡ ਹੈਗਾ ICC ਦਾ, ਠੀਕ ਹੈ ਨਾ। ਇਹਦੇ ਬਾਰੇ ਯਾਦ ਰੱਖ ਸਕਦੇ ਹੋ। ਦੇਖੋ ਮੈਂ ਤੁਹਾਨੂੰ ਕਿਹਾ ਵੀ ਮੇਲ ਅਤੇ ਫੀਮੇਲ ਦੋਨੋਂ ਦਿੱਤਾ ਗਿਆ। ਮੇਲ ਦੇ ਵਿੱਚ ਦਿੱਤਾ ਗਿਆ ਰਿਸ਼ਵ ਪੰਤ ਨੂੰ। ਗੱਲ ਕਰਾਂ ਫੀਮੇਲ ਬਾਰੇ ਤਾਂ ਫੀਮੇਲ ਦੇ ਵਿੱਚ ਕਿਹਨੂੰ ਦਿੱਤਾ ਗਿਆ, ਤਾਂ ਯਾਦ ਰੱਖਣਾ ਸ਼ਬਨੀਮ ਇਸਮਾਈਲ ਪਲੇਅਰ ਦਾ ਨਾਮ ਹੈਗਾ, ਔਰ ਇਹ ਸਾਊਥ ਅਫਰੀਕਾ ਕੰਟਰੀ ਦੀ ਪਲੇਅਰ ਹੈਗੀ, ਠੀਕ ਹੈ ਨਾ। ਸੋ ਇਹਨਾਂ ਨੂੰ ਮਿਲੇਗਾ ਫੀਮੇਲ ਦੇ ਵਿੱਚ, ਔਰ ਮੇਲ ਦੇ ਵਿੱਚ ਮਿਲੇਗਾ ਰਿਸ਼ਵ ਪੰਤ ਨੂੰ, ਠੀਕ ਹੈ ਨਾ। ਤਾਂ ਇਹਦੇ ਬਾਰੇ ਸੁਣਨੇ ਯਾਦ ਰੱਖਣਾ। ਦੇਖੋ ਅਵਾਰਡ ਦਿੱਤਾ ਕਿਹਨੇ ਹੈਗਾ, ਦਿੱਤਾ ਜੀ ICC ਨੇ। ਤਾਂ ICC ਯਾਨੀ ਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ। ਆਪਾਂ ਹੁਣ ਅੱਜ ਦੀ ਕਲਾਸ ਵਿੱਚ ਹੀ ਗੱਲਬਾਤ ਕਰਕੇ ਹਟੇ ਹਾਂ ICC ਬਾਰੇ, ਤਾਂ ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਵੌਨ ਦੀ ਐਲਨ ਬਾਰਡਰ ਮੈਡਲ ਫॉर ਦੀ 3rd ਟਾਈਮ ਇਨ ਹਿਜ਼ ਕਰੀਅਰ। ਦੇਖੋ ਜੀ ਕਹਿੰਦੇ ਆਪਣੇ ਕਰੀਅਰ ਦੇ ਵਿੱਚ ਤੀਜੀ ਵਾਰ ਐਲਨ ਬਾਰਡਰ ਮੈਡਲ ਕਿਹਨੇ ਜਿੱਤਿਆ ਹੈਗਾ। ਦੇਖੋ ਜੀ ਇਹ ਮੈਡਲ ਜਿੱਤਿਆ ਹੁਣ ਸਟੀਵ ਸਮਿਥ ਨੇ, ਠੀਕ ਹੈ ਨਾ। ਸਟੀਵ ਸਮਿਥ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਨੇ, ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ ਹੈਗੇ ਨੇਗੇ ਸਟੀਵ ਸਮਿਥ। ਔਰ ਇਹਨਾਂ ਨੂੰ ਹੁਣ ਆਪਣੇ ਕਰੀਅਰ ਦੇ ਵਿੱਚ ਤੀਜੀ ਵਾਰ ਜਿਹੜਾ ਐਲਨ ਬਾਰਡਰ ਮੈਡਲ ਜਿਹੜਾ ਦਿੱਤਾ ਗਿਆ ਹੈਗਾ, ਠੀਕ ਹੈ ਨਾ। ਤਾਂ ਸਟੀਵ ਸਮਿਥ ਦਾ ਨਾਮ ਯਾਦ ਰੱਖਣਾ, ਔਰ ਨਾਲ ਹੀ ਇੱਕ ਪਲੇਅਰ ਬੈਥ ਮੁਨੀ ਦਾ ਨਾਮ ਯਾਦ ਰੱਖਣਾ। ਬੈਥ ਮੁਨੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਵੂਮਨ ਕ੍ਰਿਕਟ ਟੀਮ ਦੀ ਪਲੇਅਰ ਹੈਗੀ। ਔਰ ਇਹਨਾਂ ਨੂੰ ਇੱਕ ਅਵਾਰਡ ਮਿਲਿਆ ਬੈਲਿੰਡਾ ਕਲਾਰਕ ਨਾਂ ਦਾ ਅਵਾਰਡ, ਠੀਕ ਹੈ ਨਾ। ਤਾਂ ਅਗਰ ਆਪਾਂ ਬੈਥ ਮੁਨੀ ਦੀ ਗੱਲ ਕਰੀਏ ਵੂਮਨ ਦੇ ਵਿੱਚ, ਇਹਨਾਂ ਨਾਮ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਨਾ ਬੈਲਿੰਡਾ ਕਲਾਰਕ, ਇਹਨਾਂ ਨੂੰ ਪਹਿਲੀ ਵਾਰ ਮਿਲਿਆ ਇਹਨਾਂ ਦੇ ਕਰੀਅਰ ਦੇ ਵਿੱਚ, ਠੀਕ ਹੈ ਨਾ। ਬਾਕੀ ਸਟੀਵ ਸਮਿਥ ਨੂੰ ਤਾਂ ਇਹ ਤੀਜੀ ਵਾਰ ਦਿੱਤਾ ਗਿਆ ਹੈਗਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ। ਦੋਨੇ ਹੀ ਪਲੇਅਰਾਂ ਦੇ ਨਾਮ ਧਿਆਨ ਵਿੱਚ ਰੱਖਣਾ, ਦੋਨਾਂ ਦੇ ਹੀ ਇੰਪੋਰਟੈਂਟ ਨੇ, ਔਰ ਆਸਟ੍ਰੇਲੀਆ ਕ੍ਰਿਕਟ ਕੌਂਸਲ ਦੇ ਵੱਲੋਂ ਹੀ ਜਿਹੜੇ ਦਿੱਤੇ ਗਏ ਨੇ, ਠੀਕ ਹੈ ਜੀ। ਇਹਦੇ ਬਾਰੇ ਯਾਦ ਰੱਖਣਾ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। which Indian documentary film won the audience award at the Sundance Film Festival 2021। ਦੇਖੋ ਜੀ ਕਹਿੰਦੇ ਸੁਨਡੈਂਸ ਫਿਲਮ ਫੈਸਟੀਵਲ 2021 ਦੇ ਵਿੱਚ ਕਿਸ ਭਾਰਤੀ ਡਾਕੂਮੈਂਟਰੀ ਫਿਲਮ ਨੂੰ ਦਰਸ਼ਕਾਂ ਦਾ ਜਿਹੜਾ ਪੁਰਸਕਾਰ ਦਿੱਤਾ ਗਿਆ। ਦਰਸ਼ਕਾਂ ਦਾ ਪੁਰਸਕਾਰ ਯਾਨੀ ਕਿ ਦੀ ਆਡੀਅੰਸ ਅਵਾਰਡ। ਦੇਖੋ ਜੀ ਜਿਹੜਾ ਹੁਣ ਸੁਨਡੈਂਸ ਫਿਲਮ ਫੈਸਟੀਵਲ ਸੀਗਾ, ਇਹਦੇ ਵਿੱਚ ਜਿਹੜਾ ਹੁਣ ਆਪਣੀ ਭਾਰਤੀ ਫਿਲਮ ਜਿਹੜੀ ਇੱਕ ਡਾਕੂਮੈਂਟਰੀ ਫਿਲਮ ਹੈਗੀ, ਇਹਦਾ ਨਾਮ ਯਾਦ ਰੱਖਣਾ। ਇਹਦਾ ਨਾਮ ਹੈਗਾ ਰਾਈਟਿੰਗ ਦੀ ਫਾਇਰ। ਰਾਈਟਿੰਗ ਦੀ ਫਾਇਰ ਇਸ ਆਪਣੀ ਡਾਕੂਮੈਂਟਰੀ ਦਾ ਨਾਮ ਹੈਗਾ, ਔਰ ਇਹਨੂੰ ਹੁਣ ਦਿੱਤਾ ਗਿਆ ਗਾ ਦੀ ਆਡੀਅੰਸ ਅਵਾਰਡ। ਦੇਖੋ ਜੀ ਅਗਰ ਆਪਾਂ ਇਸ ਡਾਕੂਮੈਂਟਰੀ ਦੀ ਗੱਲ ਕਰੀਏ ਤਾਂ ਡਾਕੂਮੈਂਟਰੀ ਕਿਸ 'ਤੇ ਆਧਾਰਿਤ ਹੈਗੀ। ਤਾਂ ਇੱਕ ਆਧਾਰਿਤ ਹੈ ਇੱਕ ਅਖਬਾਰ 'ਤੇ। ਅਖਬਾਰ ਦਾ ਨਾਂ ਹੈਗਾ ਖਬਰ ਲਹਿਰੀਆ, ਠੀਕ ਹੈ ਨਾ। ਜਿਹੜਾ ਖਬਰ ਲਹਿਰੀਆ ਨਾਂ ਦਾ ਅਖਬਾਰ ਹੈ ਨਾ ਆਪਣੇ ਭਾਰਤ ਵਿੱਚ ਹੀ ਛਪਦਾ ਹੈਗਾ,
और ये शब्द आ किहदे द्वारा, ये शब्द हैगा दलित महिलाओं के द्वारा। ठीक है ना, अपने भारत में जिहड़ा अखबार है ना खबर लहरिया इक्को एक अजिहा अखबार हैगा जिहड़ा दलित वर्ग दीयां जिहड़ियां औरतां ने उन्हां दे द्वारा ये छापिया जांदा हैगा। ये शब्द आ कित्थे, अच्छा ये शब्द है यूपी ते बिहार दे विच, उत्थों दीयां 4 लोकल लैंगुएज दे विच जिहड़ा ये खबर लहरिया अखबार छपदा हैगा और ये अपने भारत दा अजिहा इक्को एक अखबार हैगा। ठीक है ना, जिहड़ा किसी दलित महिला दे द्वारा की हैगा जिहड़ा कि छापिया जांदा हैगा। ठीक है ना, सो इस दे आधार ते सी जी ये जिहड़ी डॉकूमेंटरी और इस डॉकूमेंटरी का नाम से राइटिंग दी फायर। ठीक है ना, तो इस नूं हुण दिता गया जी संडेंस फिल्म फैसटीवल दे विच दी ऑडियंस अवार्ड। तो सीधा तुमने बस इस डॉकूमेंटरी का नाम याद रखना और ये याद रख सकते हो भी किहड़े अखबार के आधारित है। ये आधारित है जी अपना खबर लहरिया ते। ठीक है ना, तो ये बारे तुसीं याद रख सकते होगे। सो नैक्सट क्वेश्चन बारे गल करते हैं। वेयर विल एस्टैबलिश इंडियाज फर्स्ट जियोथर्मल एरिया डिवेलपमेंट प्रोजैक्ट। देखो जी कहते कित्थे भारत का पहला भूमध खेतर विकास प्रोजैक्ट स्थापित किया जाएगा। देखो जी इंपोर्टेंट प्रश्न है क्योंकि अपने भारत में पहली बार हो रहा है जिहड़ा इस तरीके का एक जियोथर्मल एरिया डिवेलपमेंट प्रोजैक्ट लगाया जा रहा है। कित्थे लगाया जा रहा है, ये लगाया जा रहा है जी लद्दाख यूटी दे विच। ठीक है ना, टोटल 3 चरणों के इस प्रोजैक्ट में लगाया जाएगा और कहा जा रहा है भी साल 2022 के एंड तक इस प्रोजैक्ट में पूरे तरीके नाल की कंप्लीट हो जाएगा और इस तो पूरा अपना की काम लैन लग जाएंगे अपने वाले। देखो जी होगा काहदे वास्ते, सीधी गल आपां नूं तां ये पता होनी चाहिए है। और यदा पहली गल का नाम याद रखना जियोथर्मल एरिया डिवेलपमेंट प्रोजैक्ट इसका नाम हैगा। और इस प्रोजैक्ट की अगर आप गलबात करिए तो इस तो अपन देखो जी ऊर्जा मिलेगी। जिन्ने भी जिथे प्रोजैक्ट लगाया जा रहा है ना उत्थों के आस पास के जोड़े पिंड ने जोड़े भी इलाके है ने लगातार 24 घंटे उत्थों कि उन्होंने कि इस दे जरिए कि बिजली प्राप्त होगी। और बिजली भी किस तरीके की, ऊर्जा किस तरीके की, ये इंपोर्टेंट है। ऊर्जा याद रखना रिन्यूएबल एनर्जी प्राप्त होएगी। ठीक है ना, रिन्यूएबल एनर्जी वो होंगी है जी कदे नहीं खत्म होंगी, अजिहे सोर्सां तो आपां नूं प्राप्त होंगी है जिमें कि जिमें अपनी देखो सन एनर्जी होगी आपां नूं कदे नहीं खत्म होंगी, विंड एनर्जी होगी। ठीक है ना, और इस तरीके नाल जिहड़ी जियोथर्मल एरिया डिवेलपमेंट प्रोजैक्ट आ ये किस तरीके की एनर्जी हैगी। देखो जी ये एनर्जी मिली अपनी तुहानूं धरती, देखो इस तरीके की धरती के अंदर आपां नूं पता भी जिहड़ी गर्मी हुंदी है पूरे तरीके नाल। ठीक है ना, तो पृथ्वी के अंदर जिहड़ी इहदे अंदर गर्मी हुंदी आ तो उस गर्मी के जरिए एक अपनी ऊर्जा पैदा की जाया करेगी इस प्लांट के जरिए, इस प्रोजैक्ट के जरिए। तो इस तरीके की एक एनर्जी पैदा करने वाला प्लांट हैगा और ये अपने भारत का पहला अजिहा प्लांट हैगा जी। और जिहड़ा कि स्थापित किया जा रहा है लद्दाख दे विच। आई होप तुसीं समझ गए होंगे जी इस प्लांट बारे, जिहड़ा कि धरती अंदरली जिहड़ी गर्मी हुंदी है उसका इस्तेमाल करके ऊर्जा पैदा की जाया करेगी और ताकि जिहड़े आस पास के इलाके ने उत्थे 24 घंटे बिजली प्रोवाइड करवाई जा सके। ठीक है ना, अच्छा इसनूं स्थापित कौन करन जा रहा, अपन तो ये बारे भी पता होना चाहिए। ये स्थापित की जा रही है जी ONGC के द्वारा। ONGC मतलब हुण इहदा मतलब हुंदा जी ऑयल एंड नैचुरल गैस कॉरपोरेशन। ठीक है ना, इस दे द्वारा इस जिहड़ा प्रोजैक्ट आ लगाया इसनूं लगाया जा रहा है कित्थे लद्दाख दे विच। बाकी जी देखो ONGC बारे भी गलबात आपां कर ही लैंदे हैगे। जिहड़ी देखो ये ऑर्गेनाइजेशन है ना अपनी जिहड़ी मिनिस्ट्री ऑफ पैट्रोलीਅम एंड नैचुरल गैस हैगी तो उसके अंडर जिहड़ी हैगी शाखा काम करती हैगी। देखो मैं गल करिए मिनिस्ट्री ऑफ पैट्रोलीਅम एंड नैचुरल गैस, ये मंत्री कौन ने, पहली गल धर्मेंद्र प्रधान साहब है। ठीक है, ये भी बार याद रखना पहली गल। तो दूजी गल आप आने जी ONGC ते। हुण ONGC का पूरा नाम सुन मैं हुणी दस्सिया ऑयल एंड नैचुरल गैस कॉरपोरेशन। इसकी स्थापना की गल करिए भारत में 1956 के हुई सी जी। और बाकी अगर आप गल करिए ये चेयरमैन दे याद रखना शशि शंकर साहब ये चेयरमैन ने। और गल करिए ये मुख्य दफ्तर बारे हैडकुआटर कित्थे है जी नवी दिल्ली के विच हैडकुआटर जिहड़ा मौजूद हैगा। और ये डायरैक्टर भी याद रख सकते हो, वैसे डायरैक्टर का नाम थोड़ा याद रह जाऊगा। डायरैक्टर कौन ने गे, देखो समित पात्रा। समित पात्रा ना सुनिया होएगा जो BJP का जोड़ा बड़ा बोलता रहा होंगे TV पर बैठा अक्सर सुने देखा होएगा वह। तो वह देखो ये डायरैक्टर हैगा। बाकी ये चेयरमैन का नाम याद रखना जी शशि शंकर। ठीक है ना, तो ये बारे तुसीं याद रखना। सो इन्ने फैक्ट जी इस क्वेश्चन नाल रिलेटेड याद रखने। क्वेश्चन मोस्ट इंपोर्टेंट प्रश्न रहेगा अपने लिए। ठीक है ना, आई होप तुसीं समझ गए होंगे। सो गाइस अगर क्लास वधिया लग रही है तो एक बार लाइक जरूर कर दिया करो जी। ठीक है, और शेयर भी जरूर कर दिया करो, लाइक एंड शेयर कर दिया करो बहुत है। ठीक है ना, सो नैक्सट क्वेश्चन बारे गल करते हैं जी। हुण आपां विच कंट्री वॉन दी ATP कप टैनिस टूर्नामेंट। देखो जी कहने किहड़े देश ने ATP कप टैनिस टूर्नामेंट नूं जित्तियागा। देखो जी पहली गल तो अगर आप गल करिए ATP बारे, ATP मतलब यदा मतलब है जी एसोसीएशन ऑफ टैनिस प्रोफैशनल कप टैनिस टूर्नामेंट। ठीक है ना, और ये टूर्नामेंट जिहड़ा होया सी हुण मैलबोर्न दे विच होया सी और इहनूं जित्तिया जी हुण रशिया कंट्री दे द्वारा।
ਆਪਸ਼ਨ ਨੰਬਰ ਸੀ ਬਿਲਕੁਲ ਆਪਣਾ ਰਾਈਟ ਆਨਸਰ ਹੈ ਜੀ। ਰਸ਼ੀਆ ਦਾ ਮੈਚ ਸੀਗਾ ਇਟਲੀ ਦੇ ਨਾਲ ਔਰ ਇਟਲੀ ਤੋਂ ਹੀ ਜਿੱਤ ਚੁੱਕਿਆ ਗਾ ਹੁਣ ਰਸ਼ੀਆ, ਔਰ ਜਿਹਦੇ ਨਾਲ ਕਿ ਇਹਨੇ ਪੂਰੇ ਕੱਪ ATP ਕੱਪ ਟੈਨਿਸ ਟੂਰਨਾਮੈਂਟ ਨੂੰ ਜਿੱਤ ਲਿਆ ਗਾ, ਠੀਕ ਹੈ ਨਾ। ਤਾਂ ਇਸ ਕੁਐਸਚਨ ਨਾਲ ਰਿਲੇਟਡ ਸਿੱਧਾ ਸੁਣਨੇ ਰਸ਼ੀਆ ਦਾ ਨਾਮ ਧਿਆਨ ਵਿੱਚ ਰੱਖਣਾ। ਬਾਕੀ ਦੇਖੋ ਇਸ ਕੱਪ ਦੇ ਵਿੱਚ ਰਸ਼ੀਆ ਦੇ 2 ਟੈਨਿਸ ਪਲੇਅਰ ਦਾ ਨਾਮ ਵੀ ਇੰਪੋਰਟੈਂਟ ਰਹੇਗਾ ਆਪਣੇ ਲਈ, ਕਿਉਂਕਿ ਉਹਨਾਂ ਨੇ ਸਿੰਗਲ ਦੇ ਵਿੱਚ ਜਿਵੇਂ ਕਿ ਪਹਿਲਾ ਆਪਣਾ ਪਲੇਅਰ ਹੈ ਡੈਨੀਅਲ ਮੈਡਵੀਡੇਵ ਔਰ ਦੂਜੇ ਹੈਗੇ ਨੇ ਜੀ ਐਂਡਰਿਊ ਰੁਬਲੇਵ, ਠੀਕ ਹੈ ਨਾ। ਦੋਨਾਂ ਦੇ ਨਾਮ ਧਿਆਨ ਵਿੱਚ ਰੱਖ ਸਕਦੇ ਆ। ਦੋਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਇਸ ਟੂਰਨਾਮੈਂਟ ਵਿੱਚ, ਔਰ ਜਿਨ੍ਹਾਂ ਕਰਕੇ ਇਹਨਾਂ ਦੋਨਾਂ ਨੂੰ ਹੀ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਵਿੱਚ ਵੀ ਜਗ੍ਹਾ ਮਿਲ ਚੁੱਕੀ ਆ। ਅੱਛਾ, ਇਹਨਾਂ ਦੇ ਨਾਮ ਕੀ ਸੀਗੇ ਯਾਦ ਰੱਖਣਾ, ਡੈਨੀਅਲ ਮੈਡਵੀਡੇਵ ਔਰ ਐਂਡਰਿਊ ਰੁਬਲੇਵ ਇਹਨਾਂ ਦਾ ਨਾਮ ਹੈਗਾ, ਠੀਕ ਹੈ ਨਾ। ਦੋਨੇ ਰਸ਼ੀਆ ਦੇ ਟੈਨਿਸ ਪਲੇਅਰ ਨੇ। ਬਾਕੀ ਗੱਲ ਦੇਖੋ ਰਸ਼ੀਆ ਬਾਰੇ ਵੀ ਕਰ ਲੈਂਦੇ ਹਾਂ। ਰਸ਼ੀਆ ਦੀ ਕੈਪੀਟਲ ਬਾਰੇ ਦੇਖੋ, ਕੈਪੀਟਲ ਹੈਗੀ ਹੈ ਜੀ ਮਾਸਕੋ। ਮਾਸਕੋ ਦਾ ਜਦ ਵੀ ਨਾਮ ਸੁਣਿਓ ਤਾਂ ਇੱਕ ਫੈਕਟ ਹਮੇਸ਼ਾ ਯਾਦ ਰੱਖਿਓ, ਜਿਹੜਾ ਮਾਸਕੋ ਸ਼ਹਿਰ ਹੈ ਦੁਨੀਆ ਦਾ ਸਭ ਤੋਂ ਭੀੜ ਭਾੜ ਵਾਲਾ ਸ਼ਹਿਰ ਬਣਿਆ ਸੀਗਾ ਹੁਣ, ਠੀਕ ਹੈ ਨਾ। ਇੱਕ ਇੰਡੈਕਸ ਆਇਆ ਸੀ ਉਸ ਰਿਪੋਰਟ ਦੇ ਅਕੋਰਡਿੰਗ, ਔਰ ਇਸ ਇੰਡੈਕਸ ਦਾ ਨਾਮ ਕੀ ਸੀ ਵੈਸੇ ਯਾਦ ਰੱਖਣਾ, ਟੌਮ ਟ੍ਰੈਫਿਕ ਇੰਡੈਕਸ, ਠੀਕ ਹੈ। ਬਾਕੀ ਇੱਥੋਂ ਦੀ ਕਰੰਸੀ ਹੈਗੀ ਹੈ ਜੀ ਰੂਬਲ, ਠੀਕ ਹੈ ਨਾ। ਰੂਬਲ ਬਾਰੇ ਯਾਦ ਰੱਖਣਾ, ਔਰ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਸਾਹਿਬ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਜ਼ਰੂਰ ਰੱਖਣਾ ਗਾ। ਬਾਕੀ ਰਸ਼ੀਆ ਤੋਂ ਹੋਰ ਕੀ ਯਾਦ ਰੱਖ ਸਕਦੇ ਹੋ, ਦੇਖੋ ਆਪਾਂ ਨੇ ਇੱਕ ਨਿਊਜ਼ ਪੜ੍ਹੀ ਸੀ, ਅਗਰ ਤੁਹਾਡੇ ਯਾਦ ਹੋਵੇ, ਹੁਣ ਅਗਲੇ 2 ਸਾਲਾਂ ਵਾਸਤੇ ਜਿਹੜਾ ਰਸ਼ੀਆ ਕੰਟਰੀ ਆ ਉਹਨੂੰ 2 ਸਾਲਾਂ ਦੇ ਜਿਹੜੇ ਓਲੰਪਿਕ ਹੋਣਗੇ ਅੱਗੇ, ਔਰ ਉਹਦੇ ਵਿੱਚ ਆਪਣਾ ਰਸ਼ੀਆ ਕੰਟਰੀ ਨੂੰ ਨਾਮ ਔਰ ਰਸ਼ੀਆ ਦਾ ਜਿਹੜਾ ਫਲੈਗ ਹੈਗਾ ਔਰ ਰਸ਼ੀਆ ਦਾ ਜਿਹੜਾ ਰਾਸ਼ਟਰੀ ਗਾਨ ਉਹਨਾਂ 'ਤੇ ਬੈਨ ਲਗਾ ਦਿੱਤਾ ਗਿਆ ਸੀ। ਕਿਉਂ ਬੈਨ ਲੱਗਿਆ ਸੀ? ਕਿਉਂਕਿ ਡੋਪਿੰਗ ਨਿਯਮਾਂ ਦਾ ਕੀ ਉਲੰਘਣ ਕੀਤਾ ਸੀ ਰਸ਼ੀਆ ਕੰਟਰੀ ਨੇ। ਬਾਕੀ ਰਸ਼ੀਆ ਨੇ ਦੇਖੋ ਜੀ ਆਪਾਂ ਨੇ ਇੱਕ ਪੜ੍ਹਿਆ ਸੀ ਜੀ, ਇੱਕ ਅੰਗਾਰਾ A5 ਨਾਂ ਦਾ ਸਪੇਸ ਰੋਕਟ ਵੀ ਲਾਂਚ ਕੀਤਾ ਸੀ ਅਗਰ ਤੁਹਾਡੇ ਯਾਦ ਹੋਵੇ, ਔਰ ਰਸ਼ੀਆ ਨਾਲ ਇੱਕ ਆਪਣੀ ਐਕਸਰਸਾਈਜ਼ ਹੋ ਕੇ ਹਟੀ ਸੀ ਇੰਦਰਾ, ਠੀਕ ਹੈ, ਹਾਲ ਹੀ ਦੇ ਵਿੱਚ। ਤਾਂ ਇਹਦੇ ਬਾਰੇ ਯਾਦ ਰੱਖ ਸਕਦੇ ਹੋ। ਤਾਂ ਇਹ ਸਾਰੀਆਂ ਨਿਊਜ਼ ਕੁਝ ਕਰੰਟ ਦੀਆਂ ਹੈਗੀਆਂ ਸੀ ਰਸ਼ੀਆ ਦੀਆਂ, ਯਾਦ ਰੱਖ ਸਕਦੇ ਹੋ ਤੁਸੀਂ ਜੀ, ਠੀਕ ਹੈ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ ਹੁਣ ਆਪਾਂ। ਵਿੱਚ 에ਅਰਪੋਰਟ ਬੌਨ ਦੀ ਵੌਇਸ ਆਫ ਦੀ ਕਸਟਮਰ ਅਵਾਰਡ, ਦੇਖੋ ਜੀ ਕਹਿੰਦੇ ਕਿਹੜੇ ਹਵਾਈ ਅੱਡੇ ਨੇ ਵੌਇਸ ਆਫ ਦੀ ਕਸਟਮਰ ਅਵਾਰਡ ਨੂੰ ਜਿੱਤਿਆ ਗਿਆ ਇਹ ਪੁਰਸਕਾਰ। ਦੇਖੋ ਜੀ ਇਹ ਪੁਰਸਕਾਰ ਦਿੱਤਾ ਗਿਆ 에ਅਰਪੋਰਟ ਕਾਉਂਸਲ ਇੰਟਰਨੈਸ਼ਨਲ ਵਰਲਡ ਦੇ ਦੁਆਰਾ, ਔਰ ਜਿਹੜਾ ਇਹ ਪੁਰਸਕਾਰ ਇਸ ਸਾਲ ਦਿੱਤਾ ਗਿਆ ਜੀ ਬੈਂਗਲੁਰੂ ਇੰਟਰਨੈਸ਼ਨਲ 에ਅਰਪੋਰਟ ਨੂੰ। ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਹੈ ਜੀ। ਕਿਉਂ ਦਿੱਤਾ ਗਿਆ? ਅੱਛਾ, ਕਿਉਂਕਿ ਦੇਖੋ ਕੋਵਿਡ ਦੇ ਸਮੇਂ ਦੌਰਾਨ ਜਿੰਨੇ ਵੀ ਇੱਥੋਂ ਦੇ ਕਸਟਮਰ ਹੈਗੇ ਸੀ ਇਸ ਮਤਲਬ 에ਅਰਪੋਰਟ 'ਤੇ ਲੋਕ ਆਏ ਸੀਗੇ, ਉਹਨਾਂ ਦਾ ਖਾਸ ਧਿਆਨ ਰੱਖਿਆ ਸੀ ਕੋਵਿਡ ਕਰਕੇ, ਕੋਵਿਡ ਦੇ ਨਿਯਮਾਂ ਦਾ ਉਲੰਘਣ ਨਹੀਂ ਕਰਨ ਦਿੱਤਾ ਸੀ। ਤਾਂ ਇਹਨਾਂ ਦੇ ਸੁਰੱਖਿਆ ਇੰਤਜ਼ਾਮ ਕਰਕੇ ਬੈਂਗਲੁਰੂ ਇੰਟਰਨੈਸ਼ਨਲ 에ਅਰਪੋਰਟ ਨੂੰ ਜਿਹੜਾ ਵੌਇਸ ਆਫ ਦੀ ਕਸਟਮਰ ਅਵਾਰਡ ਲਈ ਚੁਣਿਆ ਗਿਆ। ਸਿੱਧਾ ਤੋਂ ਉਹਨੇ ਆਪਣੇ ਅਵਾਰਡ ਦਾ ਨਾਮ ਯਾਦ ਰੱਖਣਾ, ਔਰ ਕਿਸ ਨੂੰ ਮਿਲਿਆ? ਬੈਂਗਲੁਰੂ ਇੰਟਰਨੈਸ਼ਨਲ 에ਅਰਪੋਰਟ ਨੂੰ ਦਿੱਤਾ ਗਿਆ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਦੇਖੋ ਉਧਰ ਆਪਸ਼ਨ ਵੀ ਆਪਣੇ ਸਾਰੇ ਇੰਪੋਰਟੈਂਟ ਲਏ ਨੇ, ਜਿਵੇਂ ਕਿ ਹੈਦਰਾਬਾਦ ਇੰਟਰਨੈਸ਼ਨਲ 에ਅਰਪੋਰਟ ਬਾਰੇ ਯਾਦ ਰੱਖ ਸਕਦੇ ਹੋ। ਆਪਣੇ ਦੇਸ਼ ਦੀ ਪਹਿਲੀ ਸੰਪਰਕ ਰਹਿਤ ਕਾਰ ਪਾਰਕਿੰਗ ਸਰਵਿਸ ਨੂੰ ਸ਼ੁਰੂ ਕੀਤਾ ਸੀ ਹੈਦਰਾਬਾਦ ਇੰਟਰਨੈਸ਼ਨਲ 에ਅਰਪੋਰਟ ਨੇ। ਔਰ ਗੱਲ ਕਰੀਏ ਪੁਡੂਚੇਰੀ ਇੰਟਰਨੈਸ਼ਨਲ 에ਅਰਪੋਰਟ ਬਾਰੇ, ਇਹਦੇ ਬਾਰੇ ਯਾਦ ਰੱਖਣਾ ਜੀ, ਆਪਣੇ ਦੇਸ਼ ਦਾ ਸਭ ਤੋਂ ਪਹਿਲਾ ਅਜਿਹਾ 에ਅਰਪੋਰਟ ਬਣਿਆ ਜਿਹੜਾ ਕਿ 100% ਹੁਣ ਸੋਲਰ ਐਨਰਜੀ 'ਤੇ ਚੱਲਦਾ ਗਾ, ਠੀਕ ਹੈ ਨਾ। ਤਾਂ ਇਸ ਤਰੀਕੇ ਦਾ ਪਹਿਲਾ 에ਅਰਪੋਰਟ ਬਣਿਆ ਆਪਣੇ ਭਾਰਤ ਦਾ ਪੁਡੂਚੇਰੀ ਇੰਟਰਨੈਸ਼ਨਲ 에ਅਰਪੋਰਟ। ਬਾਕੀ ਦੇਖੋ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ, ਇਹਦੇ ਬਾਰੇ ਯਾਦ ਰੱਖ ਸਕਦੇ ਹੋ, ਆਪਣੇ ਦੇਸ਼ ਦੀ ਪਹਿਲੀ ਐਕਸਕਲੂਸਿਵ ਜੈਟ ਟਰਮੀਨਲ ਸਰਵਿਸ ਨੂੰ ਸ਼ੁਰੂ ਕੀਤਾ ਸੀ ਇਹਨੇ, ਠੀਕ ਹੈ ਨਾ। ਇਹਦੇ ਬਾਰੇ ਯਾਦ ਰੱਖ ਸਕਦੇ ਹੋ। ਤਾਂ ਇਹ ਸਾਰੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖਣੇ। ਬਾਕੀ ਤੁਹਾਡੇ ਲਈ ਜਿਹੜਾ ਪ੍ਰਸ਼ਨ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ। ਹੁਣ ਆਪਾਂ ਇਹਦਾ ਰਾਈਟ ਆਨਸਰ ਜ਼ਰੂਰ ਦੱਸਣਾ ਹੋਣੇ ਸਭ ਨੇ, ਠੀਕ ਹੈ ਨਾ। ਤਾਂ ਤੁਹਾਡੇ ਲਈ ਪ੍ਰਸ਼ਨ ਇਹੀ ਹੈ ਜੀ, ਕਹਿੰਦੇ ਵਿਚ ਕੰਟਰੀ ਵਿਲ ਮੇਕ ਦੀ ਵਰਲਡਸ ਫਸਟ ਐਨਰਜੀ ਆਈਲੈਂਡ, ਕਿਹੜਾ ਦੇਸ਼ ਦੁਨੀਆ ਦਾ ਪਹਿਲਾ ਊਰਜਾ ਟਾਪੂ ਹੁਣ ਬਣਾਉਣ ਜਾ ਰਿਹਾ ਹੈਗਾ, ਕਿਹੜਾ ਕੰਟਰੀ ਬਣਾਉਣ ਜਾ ਰਿਹਾ? ਤਾਂ ਰਾਈਟ ਆਨਸਰ ਜ਼ਰੂਰ ਲਿਖ ਦੇਣਾ। ਬਾਕੀ ਕੈਪੀਟਲ ਕਰੰਸੀ ਹੋ ਸਕਿਆ ਤਾਂ ਜ਼ਰੂਰ ਲਿਖ ਦਿਓ ਨਾਲ, ਠੀਕ ਹੈ ਜੀ। ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਲਾਸ ਕਰੰਟ ਅਫੇਅਰ ਦੀ, ਜਿਹਦੇ ਵਿੱਚ ਕਿ 2 ਦਿਨਾਂ ਦੀਆਂ ਕਰੰਟ ਅਫੇਅਰ ਨਿਊਜ਼ ਕਵਰ ਕਰ ਲਈਆਂ ਨੇ ਆਪਾਂ ਨੇ। ਆਈ ਹੋਪ ਤੁਹਾਨੂੰ ਕਲਾਸ ਜਿਹੜੀ ਵਧੀਆ ਲੱਗੀ ਹੋਏਗੀ। ਅਗਰ ਕਿਤੇ ਵੀ ਕੋਈ ਡਾਊਟ ਹੈ ਤਾਂ ਬੇਝਿਜਕ ਜੇ ਕਮੈਂਟ ਕਰ ਦਿਆ ਕਰੋ। ਅਗਰ ਹੋਰ ਵੀ ਕੋਈ ਪੁੱਛਣਾ ਦੱਸਣਾ ਹੁੰਦਾ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋਗੇ, ਠੀਕ ਹੈ ਨਾ। ਤਾਂ ਉਹਦੇ ਬਾਰੇ ਵੀ ਲਿਖ ਦਿਆ ਕਰੋ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।